नाम जपो ते किरत करो बाबा नानक कह गया। नाम जपो ते वंड छको बाबा नानक कह गया। नाम जपो ते किरत करो बाबा नानक कह गया। वाहिगुरू जी का खालसा वाहिगुरू जी की फतेह। खालसा ਦੀਵਾਨ ਹੰਕਾ ਕੋਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਅੱਜ ਜਿੱਦਾਂ ਸਿੱਖ ਸਿਧਾਂਤ ਦੇ 3 ਰੂਲ ਜਿੱਦਾਂ ਨਾਮ ਜਪੋ ਵੰਡ ਛਕੋ ਕਿਰਤ ਕਰੋ, ਉਸ 'ਤੇ ਆਪਾਂ ਵਿਚਾਰ ਕਰਨੀ ਹੈ। ਆਪਾਂ ਇਹਦਾ ਕਿਉਂ ਫੋਲੋ ਕਿਉਂ ਇਹ ਦਿੱਤੇ ਮਹਾਰਾਜ ਨੇ ਵੀ ਕੀ ਕਰਨਾ ਤਾਂ ਆਪਣੀ ਜ਼ਿੰਦਗੀ ਵਿੱਚ। ਅਤੇ ਸਾਡੇ ਨਾਲ ਡਾਕਟਰ ਗੁਰਪ੍ਰੀਤ ਸਿੰਘ ਉਹ ਆਪਣੇ ਵਿਸਤਾਰ ਨਾਲ ਇਹਦੇ ਵਿਚਾਰ ਦੱਸਣਗੇ ਸਾਨੂੰ। ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਵੱਲੋਂ ਛੋਟਾ ਜਿਹਾ ਇੱਕ ਉਪਰਾਲਾ ਕੀਤਾ ਗਿਆ। ਪਿੱਛੇ ਵੀ ਜਿਸ ਤਰ੍ਹਾਂ ਆਪਾਂ ਦੇਖਿਆ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ, ਉਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਛੋਟੇ ਛੋਟੇ ਉਪਰਾਲੇ ਕਰਕੇ, ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਜਾਂ ਜਿਹੜੇ ਸਾਡੇ ਬੱਚੇ ਨੇ, ਸਾਡਾ ਆਉਣ ਵਾਲਾ ਭਵਿੱਖ ਹੈ, ਉਹਨਾਂ ਨੂੰ ਸਿੱਖ ਪੰਥ ਦੇ ਨਾਲ ਕਿਸ ਤਰ੍ਹਾਂ ਜੋੜਿਆ ਜਾਵੇ, ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਅੱਜ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੱਖ ਪੰਥ ਦਾ ਮੈਂ ਕਹਾਂਗਾ ਕਿ ਸਭ ਤੋਂ ਵੱਡਾ ਇੱਕ ਸਿਧਾਂਤ ਹੈ, ਜੇ ਅਸੀਂ ਇਹਨੂੰ ਅਮਲੀ ਰੂਪ ਦੇ ਵਿੱਚ ਵੀ ਧਾਰਨ ਕਰ ਲਈਏ, ਕਿਉਂਕਿ ਇਹ ਤਿੰਨੋਂ ਹੀ ਸਿਧਾਂਤ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਵਿੱਚੋਂ ਮਿਲਦੇ ਨੇ। ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪੜ੍ਹਦੇ ਹਾਂ, ਜੇਕਰ ਆਪਾਂ ਗੱਲ ਕਰੀਏ ਨਾਮ ਜਪਣ ਦੀ, ਹਾਲਾਂਕਿ ਜਦੋਂ ਆਪਾਂ ਇਹਨੂੰ ਰਿਟਨ ਵਿੱਚ ਪੜ੍ਹਦੇ ਹਾਂ ਤਾਂ ਕਰਦੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ, ਪਰ ਜਦੋਂ ਇਹਨੂੰ ਆਪਾਂ ਅਮਲੀ ਰੂਪ ਦੇ ਵਿੱਚ ਦੇਖਣਾ ਆ ਤੇ ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਹੈ ਨਾਮ ਜਪਣਾ। ਜਦੋਂ ਅਸੀਂ ਨਾਮ ਜਪਾਂਗੇ ਸਾਡੀ ਸੁਰਤੀ, ਸਾਡੀ ਬਿਰਤੀ ਨਾਮ ਜਪਣ ਦੇ ਵਿੱਚ ਹੋਏਗੀ ਤੇ ਸਾਡੀ ਕਿਰਤ ਵੀ ਸੱਚੀ ਸੁੱਚੀ ਹੋਵੇਗੀ। ਤੇ ਜਦੋਂ ਸਾਡੀ ਕਿਰਤ ਸੱਚੀ ਹੋਵੇਗੀ ਤੇ ਸਾਡੇ ਅੰਦਰ ਵੰਡ ਛਕਣ ਦੀ ਭਾਵਨਾ ਵੀ ਪੈਦਾ ਹੋਵੇਗੀ। ਤੇ ਜੇਕਰ ਸਾਡੀ ਕਿਰਤ ਸੱਚੀ ਨਾ ਹੋਈ ਤੇ ਸਾਡੇ ਅੰਦਰੋਂ ਜਿਹੜੀ ਵੰਡ ਛਕਣ ਦੀ ਭਾਵਨਾ ਆ ਉਹ ਮਨਫੀ ਹੋ ਜਾਵੇਗੀ। ਸੋ ਇਹ 3 ਜਿਹੜੇ ਵੱਡੇ ਸਿਧਾਂਤ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ੇ ਨੇ, ਉਸ ਦੇ ਉੱਪਰ ਆਪਾਂ ਵਿਚਾਰ ਕਰਾਂਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਵਿੱਚੋਂ ਆਪਾਂ ਦੇਖਦੇ ਹਾਂ, ਜਦੋਂ ਚੂੜਕਾਣੇ ਦੀ ਧਰਤੀ ਤੇ ਮਹਾਰਾਜ ਜੀ ਜਾਂਦੇ ਨੇ ਤੇ ਸੱਚਾ ਸੌਦਾ ਕਰਦੇ ਨੇ, ਉਹ ਪਹਿਲੀ ਘਟਨਾ ਹੈ। ਉਸ ਘਟਨਾ ਦੇ ਵਿੱਚੋਂ ਸਾਨੂੰ ਕੀ ਸੰਦੇਸ਼ ਮਿਲਦਾ ਹੈ ਕਿ ਜੋ ਵੰਡ ਕੇ ਛਕਣਾ ਹੈ, ਇਹ ਇਕੱਲਾ ਇਹ ਨਹੀਂ, ਇਹਦੇ ਵਿੱਚ ਵੀ ਅੱਗੇ ਆਪਾਂ ਗੱਲ ਕਰਾਂਗੇ ਕਿ ਵੰਡ ਛਕਣਾ ਹੈ ਕੀ ਆ। ਕਿਉਂਕਿ ਕਈ ਵਾਰ ਅਸੀਂ ਕੀ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਕੀ ਹੋ ਰਿਹਾ ਹੈ ਕਿ ਪਹਿਲਾਂ ਆਪਣਾ ਕੋਟਾ ਪੂਰਾ ਕਰ ਲੈਣਾ, ਜਿਹੜਾ ਬਚਿਆ ਉਹ ਫਿਰ ਕਿਸੇ ਨੂੰ ਦੇਣਾ। ਨਹੀਂ, ਸਿੱਖ ਧਰਮ ਦਾ ਇਹ ਸਿਧਾਂਤ ਨਹੀਂ। ਸਿੱਖ ਧਰਮ ਸਾਨੂੰ ਇਹ ਸਮਝਾਉਂਦਾ ਹੈ ਕਿ ਜੋ ਕੁਝ ਤੇਰੇ ਕੋਲ ਹੈ ਪਹਿਲਾਂ ਲੋੜਵੰਦ ਦੀ ਲੋੜ ਪੂਰੀ ਕਰ, ਫਿਰ ਤੂੰ ਆਪਣਾ ਦੇਖ। ਸੋ ਗੱਲ ਆਪਾਂ ਕਰ ਰਹੇ ਸਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ। ਨਾਮ ਜਪਣ ਦੀ ਗੱਲ, ਨਾਮ ਸਾਡੇ ਲਈ ਕਿਉਂ ਜ਼ਰੂਰੀ ਹੈ? ਨਾਮ ਵੈਸੇ ਤਾਂ ਆਪਾਂ ਗੱਲ ਕਰੀਏ, ਮੇਰਾ ਵੀ ਨਾਮ ਹੈ, ਮੇਰੇ ਮਾਪਿਓ ਨੇ ਨਾਮ ਰੱਖਿਆ ਹੈ ਨਾ, ਸਭ ਦਾ ਨਾਮ ਰੱਖਿਆ ਗਿਆ, ਪਰ ਇਹ ਨਾਮ ਹੈ ਕੀ ਹੈ ਨਾ, ਇਸ ਬਾਰੇ ਵੀ ਆਪਾਂ ਨੂੰ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ। ਕਿਉਂਕਿ ਵਾਹਿਗੁਰੂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪਰਮੇਸ਼ਰ ਦੀ ਗੱਲ ਕਰਦੇ ਹਾਂ, ਗੋਡ ਦੀ ਗੱਲ ਕਰਦੇ ਹਾਂ, ਤਾਂ ਉਹ ਕੀ ਹੈ? ਨਾਮ ਜਪਣਾ, ਸਿਮਰਨ ਕਰਨਾ, ਆਰਾਧਨਾ, ਉਹਨੂੰ ਯਾਦ ਕਰਨਾ ਕਿਸੇ ਵੀ ਤਰੀਕੇ ਦੇ ਨਾਲ, ਉਹ ਕੋਈ ਵੀ ਤਰੀਕਾ ਹੋ ਸਕਦਾ ਹੈ। ਭਗਤ ਨਾਮਦੇਵ ਜੀ ਦਾ ਇੱਕ ਪ੍ਰਸੰਗ ਆਉਂਦਾ ਹੈ, ਜਦੋਂ ਉਹ ਕਹਿੰਦੇ ਨੇ ਕਿ ਨਾਮ ਜਪੀਏ ਤੇ ਫਿਰ ਕਿਰਤ ਕਿਵੇਂ ਕਰੀਏ, ਤੇ ਉਹ ਕਹਿੰਦੇ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ, ਹੈ ਨਾ, ਕਾਹੇ ਛੀਪੋ ਛਾਇਲੇ ਰਾਮ ਨਾ ਲਾਭ ਹੋ ਚੀਤ। ਤੇ ਅੱਗੇ ਫਿਰ ਉਹ ਸਾਨੂੰ ਦੱਸਦੇ ਨੇ ਕਿ ਨਾਮ ਜਪਣ ਦੇ ਨਾਲ ਨਾਲ ਸਾਨੂੰ ਕਿਰਤ ਵੀ ਜ਼ਰੂਰੀ ਹੈ। ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥ ਤੇ ਪੈਰਾਂ ਦੇ ਨਾਲ ਅਸੀਂ ਕੰਮ ਕਰਨਾ ਤੇ ਅਸੀਂ ਆਪਣੀ ਸੁਰਤੀ ਦੇ ਨਾਲ, ਰਸਨਾ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ ਕਰਨਾ, ਇਹ ਨਾਮ ਜਪਣਾ। ਨਾਮ ਜਪਣ ਦੇ ਆਪਾਂ ਰਹਿਰਾ ਸਾਹਿਬ ਦਾ ਪਾਠ ਸਾਰੇ ਕਰਦੇ ਹਾਂ ਨਾ ਆਪਾਂ। ਮੈਂ ਇੱਕ ਪੰਕਤੀ ਪੜ੍ਹਦਾ, ਗੁਰੂ ਨਾਨਕ ਸਾਹਿਬ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਉਹ ਕੀ ਹੈ? ਉੱਥੇ ਨਾਮ ਦੀ ਗੱਲ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਮੈਂ ਇਸ ਨਾਮ ਨੂੰ ਕਹਿਣਾ ਆ, ਆਖਦਾ ਹਾਂ, ਤੇ ਤਾਂ ਮੈਂ ਜਿਉਂਦਾ ਹਾਂ, ਜੇ ਇਹ ਨਾਮ ਮੇਰੇ ਤੋਂ ਵਿਸਰ ਜਾਂਦਾ ਹੈ ਤੇ ਮੇਰੀ ਮੌਤ ਹੋ ਜਾਂਦੀ ਹੈ। ਤੇ ਅੱਗੇ ਦੇਖਿਓ, ਇਹਦੇ ਵਿੱਚ ਹੀ ਇਸੇ ਸ਼ਬਦ ਵਿੱਚ ਅੱਗੇ ਦੱਸਿਆ ਹੈ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁੱਖ। ਆਪਾਂ ਨੂੰ ਭੁੱਖ ਲੱਗਦੀ ਹੈ ਕਿਉਂਕਿ ਆਪਣਾ ਸਰੀਰ ਹੈ, ਭੁੱਖ ਲੱਗਦੀ ਹੈ, ਭੁੱਖ ਲੱਗਣ ਤੋਂ ਬਾਅਦ ਆਪਾਂ ਖਾਣਾ ਖਾਂਦੇ ਹਾਂ। ਇਸੇ ਤਰ੍ਹਾਂ ਕਹਿੰਦੇ ਤੁਹਾਨੂੰ ਨਾਮ ਦੀ ਭੁੱਖ ਵੀ ਲੱਗਣੀ ਚਾਹੀਦੀ ਹੈ। ਤੇ ਜਦੋਂ ਕਹਿੰਦੇ ਜਿਹਨੂੰ ਨਾਮ ਦੀ ਭੁੱਖ ਲੱਗੀ ਉਹ ਨਾਮ ਨੂੰ ਖਾਏਗਾ,
ਖਾਣ ਤੋਂ ਭਾਵ ਜਪੇਗਾ। ਉਤ ਭੁੱਖ ਹੈ ਖਾਏ ਚੱਲੀਏ ਹੈ ਦੁੱਖ। ਜਿਵੇਂ ਭੁੱਖ ਲੱਗੀ ਹੋਵੇ ਭੋਜਨ ਦੀ, ਭੋਜਨ ਛਕਣ ਤੋਂ ਬਾਅਦ ਸਾਰੀ ਭੁੱਖ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ, ਦੁੱਖ ਦੂਰ ਹੋ ਜਾਂਦਾ ਭੁੱਖ ਦਾ। ਇਸੇ ਤਰ੍ਹਾਂ ਕਹਿੰਦੇ ਨਾਮ ਦੀ ਭੁੱਖ ਜਦੋਂ ਤੁਹਾਨੂੰ ਲੱਗੀ, ਉਹ ਨਾਮ ਨੂੰ ਤੁਸੀਂ ਜਪੋਗੇ, ਆਰਾਧੋਗੇ ਤੇ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ। ਸੁਖਮਨੀ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਘਰਾਂ ਵਿੱਚ ਬੀਬੀਆਂ ਪਾਠ ਕਰਦੀਆਂ। ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਹਾਲਾਂਕਿ ਕਈ ਅੰਗਰੇਜ਼ੀ ਵਿਦਵਾਨਾਂ ਨੇ, ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟੀਕਾਕਾਰੀ ਦਾ ਜਦੋਂ ਕਾਰਜ ਆਰੰਭ ਹੋਇਆ ਤੇ ਸਭ ਤੋਂ ਪਹਿਲਾ ਕਾਰਜ ਅੰਗਰੇਜ਼ਾਂ ਨੇ ਕੀਤਾ ਸੀ। ਟਰੰਪ ਨੇ ਇਹ ਕਾਰਜ ਕੀਤਾ ਤੇ ਉਹਨੇ ਕੀ ਕਿਹਾ? ਉਹ ਕਹਿੰਦਾ ਜੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਦੀ ਰੈਪੀਟੇਸ਼ਨ, ਉਹਦੇ ਸਮਝਣ ਦਾ ਐਂਗਲ ਗਲਤ ਸੀ। ਹਾਂ, ਇਹ ਗੱਲ ਸਹੀ ਹੈ, ਹਰ ਸ਼ਬਦ ਵਿੱਚ ਹਰ ਇੱਕ ਅੰਗ ਦੇ ਉੱਪਰ ਨਾਮ ਦੀ ਗੱਲ ਕੀਤੀ ਗਈ ਹੈ। ਉਹ ਸਾਨੂੰ ਸਮਝਾਇਆ, ਪ੍ਰੇਮ ਦੇ ਨਾਲ ਵੀ ਸਮਝਾਇਆ, ਸਾਨੂੰ ਘੂਰ ਕੇ ਵੀ ਸਮਝਾਇਆ, ਸਾਨੂੰ ਡਰਾ ਕੇ ਵੀ ਸਮਝਾਇਆ ਕਿ ਨਾਮ ਤੋਂ ਬਗੈਰ ਤੇਰਾ ਕੋਈ ਵੀ ਹੱਲ ਨਹੀਂ। ਸਭ ਤੋਂ ਪਹਿਲਾ ਜਿਹੜਾ ਜ਼ਰੂਰੀ ਸਾਡੇ ਲਈ ਅੰਗ ਹੈ ਉਹ ਨਾਮ, ਤੇ ਦੂਸਰੀ ਸਾਡੀ ਹੈਗੀ ਕਿਰਤ। ਕਿਰਤ ਕਰੋ। ਕਿਰਤ ਕਰਨੀ ਸਾਡੇ ਲਈ ਕਿਉਂ ਜ਼ਰੂਰੀ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਜਿਹੜੇ ਸਾਲ ਸੀ, ਲਗਭਗ 18 ਸਾਲ ਮੰਨੇ ਗਏ ਨੇ, ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਆਪ ਕਿਰਤ ਕੀਤੀ, ਹਲ ਵਾਹਿਆ। ਬਾਕੀ ਗੁਰੂ ਸਾਹਿਬਾਨ ਨੇ ਵੀ ਸਾਨੂੰ ਕਰਕੇ ਦਿਖਾਇਆ ਤੇ ਸਾਨੂੰ ਇਹ ਕਿਹਾ ਕਿ ਕਿਰਤ ਕਰਨੀ, ਸੱਚੀ ਸੁੱਚੀ ਕਿਰਤ ਕਰਨੀ ਹੈ। ਹੁਣ ਤੁਸੀਂ ਬੱਚੇ ਹੋ, ਛੋਟੇ ਹੋ, ਤੇ ਜੇਕਰ ਤੁਸੀਂ ਇਹ ਸਵਾਲ ਕਰੋ ਕਿ ਅਸੀਂ ਤਾਂ ਹਜੇ ਪੜ੍ਹਦੇ ਹਾਂ, ਸਾਡੀ ਕਿਰਤ ਕੀ ਹੋਈ, ਤਾਂ ਬੱਚਿਓ ਮੈਂ ਤੁਹਾਨੂੰ ਇਹ ਕਹਾਂਗਾ, ਇੱਕ ਖੇਤੀ ਕਰਨ ਵਾਲੇ ਕਿਸਾਨ ਦੀ ਕਿਰਤ ਹੈ ਖੇਤੀ ਕਰਨੀ। ਇੱਕ ਬਿਜ਼ਨਸਮੈਨ ਜੋ ਬਿਜ਼ਨਸ ਕਰ ਰਿਹਾ, ਉਹਦੀ ਕਿਰਤ ਹੈ ਉਹਨੇ ਬਿਜ਼ਨਸ ਕਰਨਾ, ਪਰ ਇਹ ਧਿਆਨ ਵਿੱਚ ਰੱਖ ਕੇ ਕਿ ਕਿਸੇ ਦੇ ਉੱਪਰ ਕਿਸੇ ਦਾ ਹੱਕ ਨਾ ਖੋਇਆ ਜਾਵੇ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਇਹ ਵੀ ਸਾਨੂੰ ਸਿਧਾਂਤ ਮਹਾਰਾਜ ਨੇ ਦਿੱਤਾ ਹੋਇਆ ਆ। ਇਸੇ ਤਰ੍ਹਾਂ ਤੁਹਾਡੀ ਕਿਰਤ ਹੈ ਤੁਸੀਂ ਪੜ੍ਹਨਾ, ਤੇ ਟੀਚਰ ਦੀ ਕਿਰਤ ਪੜ੍ਹਾਉਣਾ। ਇਸੇ ਤਰ੍ਹਾਂ ਹਰ ਇੱਕ ਬੰਦੇ ਦੀ ਆਪੋ ਆਪਣੇ ਫੀਲਡ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਨੂੰ ਸਮਝਣਾ ਤੇ ਉਸ ਜ਼ਿੰਮੇਵਾਰੀ ਤੇ ਚੱਲਣਾ, ਇਹੋ ਹੀ ਤੁਹਾਡੀ ਸੱਚੀ ਕਿਰਤ ਹੈ। ਇਹ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ, ਤੇ ਜੇਕਰ ਅਸੀਂ ਇਹਦੇ ਉੱਪਰ ਪਹਿਰਾ ਨਹੀਂ ਦੇ ਸਕੇ ਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸਿਧਾਂਤ ਤੋਂ ਪਾਸੇ ਹੋ ਰਹੇ ਹਾਂ। ਅੱਜ ਸਾਡੇ ਕੋਲ ਸਿਧਾਂਤ ਬਹੁਤ ਵੱਡਾ ਹੈ, ਪਰ ਅਸੀਂ ਇਸ ਸਿਧਾਂਤ ਨੂੰ ਅਮਲੀ ਰੂਪ ਵਿੱਚ ਕਿਵੇਂ ਲਾਗੂ ਕਰਨਾ ਹੈ? ਸਾਡੇ ਅੰਦਰ ਜਿਹੜੀਆਂ ਆਪਾਂ ਗੱਲ ਕਰਦੇ ਹਾਂ, ਖਾਸ ਕਰਕੇ ਪੰਜਾਬੀ ਦੇ ਵਿੱਚ, ਕਿ ਸਾਡੇ ਅੰਦਰ ਜਿਹੜੀਆਂ ਨੈਗੇਟਿਵਿਟੀ ਦੀਆਂ ਗੱਲਾਂ ਜਿਹੜੀਆਂ ਨੇ, ਜਾਂ ਸਾਡੇ ਅੰਦਰ ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਬੇਈਮਾਨੀ ਦੀਆਂ ਜਿਹੜੀਆਂ ਗੱਲਾਂ ਨੇ, ਉਹ ਸਾਨੂੰ ਪਰਿਵਾਰ ਵਿੱਚੋਂ ਮਿਲ ਜਾਂਦੀਆਂ ਨੇ। ਅਸੀਂ ਨਿੱਕੇ ਹੁੰਦੇ ਸਿੱਖ ਲੈਂਦੇ ਹਾਂ। ਕੋਸ਼ਿਸ਼ ਕਰਨੀ ਆ ਅਸੀਂ ਉਹਨਾਂ ਚੀਜ਼ਾਂ ਤੋਂ ਆਪਣੇ ਬੱਚਿਆਂ ਨੂੰ ਮੁਕਤ ਰੱਖੀਏ, ਤੇ ਆਪਾਂ ਵੀ ਕੋਸ਼ਿਸ਼ ਕਰੀਏ ਕਿ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਕਿਸੇ ਦੀ ਚੁਗਲੀ, ਨਿੰਦਿਆ, ਕਿਸੇ ਨੂੰ ਮਾੜਾ ਕਹਿਣਾ, ਮਹਾਰਾਜ ਕਹਿੰਦੇ ਤਾਂ ਬਹੁਤ ਮਾੜਾ ਹੈ, ਪਰ ਅਸੀਂ ਬੜਾ ਖੁਸ਼ ਹੋ ਕੇ ਗੱਲਾਂ ਕਰਦੇ ਹਾਂ। ਚਲੋ ਅੱਗੇ ਆਪਾਂ ਚੱਲੀਏ। ਕਿਰਤ ਕਰ, ਨਾਮ ਜਪੋ, ਵੰਡ ਛਕੋ। ਵੰਡ ਛਕਣ ਦਾ ਸਿਧਾਂਤ, ਕਿਉਂਕਿ ਸੰਗਤ, ਪੰਗਤ, ਲੰਗਰ, ਇਹ ਤਿੰਨੋਂ ਹੀ ਸਾਡੇ ਜਿਹੜੇ ਸਿਧਾਂਤ ਨੇ, ਇਹ ਗੁਰੂ ਨਾਨਕ ਸਾਹਿਬ ਵੇਲੇ ਤੋਂ ਸ਼ੁਰੂ ਹੋਏ। ਫਿਰ ਜਦੋਂ ਅਕਬਰ ਆਉਂਦਾ ਹੈ ਮਹਾਰਾਜ ਦੇ ਦਰਬਾਰ ਵਿੱਚ, ਤਾਂ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਪਹਿਲੇ ਪੰਗਤ ਪਾਛੈ ਸੰਗਤ, ਕਿ ਪਹਿਲਾਂ ਲੰਗਰ ਛਕੋ ਫਿਰ ਸਾਡੇ ਨਾਲ ਆ ਕੇ ਵਿਚਾਰ ਕਰੋ। ਇਸੇ ਤਰ੍ਹਾਂ ਅੱਗੇ ਚੱਲਦਾ ਰਿਹਾ। ਵੰਡ ਛਕਣ ਦਾ ਸਭ ਤੋਂ ਵੱਡਾ ਸਾਨੂੰ ਉਦਾਹਰਨ ਮਿਲਦਾ ਹੈ 18ਵੀਂ ਸਦੀ ਦੇ ਵਿੱਚ। ਹਾਲਾਂਕਿ ਗੁਰੂ ਕਾਲ ਦੇ ਵਿੱਚ ਵੀ ਚੱਲਦਾ ਰਿਹਾ, ਕਿਤੇ ਵੀ ਐਸਾ ਸਮਾਂ ਨਹੀਂ ਆਇਆ ਕਿ ਕਿਸੇ ਨੂੰ ਕੋਈ ਗੁਰੂ ਘਰੋਂ ਭੁੱਖਾ ਗਿਆ ਹੋਵੇ ਜਾਂ ਕਿਸੇ ਨੂੰ ਨਾ ਮਿਲਿਆ ਹੋਵੇ। ਪਰ ਕਿਉਂਕਿ ਸਮਾਂ ਆਪਣੇ ਕੋਲੇ ਬਹੁਤ ਥੋੜਾ ਹੈ, ਇਹਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੈਂ ਤੁਹਾਨੂੰ ਪੰਥ ਪ੍ਰਕਾਸ਼ ਦੀ ਇੱਕ ਲਾਈਨ ਕੋਡ ਕਰਾਂਗਾ। ਉਹ ਕਹਿੰਦੇ ਨੇ, ਦੇਤ ਆਵਾਜ਼ਾ ਭੁੱਖਾ ਕੋਈ, ਆਵਹੋ ਦੇਗ ਤਿਆਰ ਗੁਰ ਹੋਈ। ਜੰਗ ਯੁੱਧ ਹੁੰਦੇ ਸੀ 18ਵੀਂ ਸਦੀ। 18ਵੀਂ ਸਦੀ ਦਾ ਇਤਿਹਾਸ ਪਤਾ ਹੈ? 1704 ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਫਿਰ ਅੱਗੇ ਕੀ ਹੁੰਦਾ ਹੈ? ਵੱਡੇ ਸਾਹਿਬਜ਼ਾਦੇ ਸ਼ਹੀਦ, ਛੋਟੇ ਸਾਹਿਬਜ਼ਾਦੇ ਸਰਹੰਦ ਸ਼ਹੀਦ ਹੁੰਦੇ ਨੇ, ਜੰਗ ਯੁੱਧ ਹੁੰਦੇ ਨੇ, ਬੰਦਾ ਸਿੰਘ ਬਹਾਦਰ ਆਉਂਦਾ ਹੈ, ਜ਼ਕਰੀਆ ਖਾਨ ਦਾ ਸਮਾਂ ਆਉਂਦਾ ਹੈ। ਲਗਭਗ 1765 ਤੱਕ 60 ਸਾਲ ਸਿੱਖ ਪੰਥ ਜਿਹੜਾ ਹੈ ਉਹ ਘੋੜੇ ਦੀਆਂ ਕਾਠੀਆਂ ਤੇ ਰਿਹਾ। ਇੱਥੇ ਮੈਂ ਇੱਕ ਛੋਟਾ ਜਿਹਾ ਜ਼ਿਕਰ ਹੋਰ ਕਰਾਂਗਾ ਯਹੂਦੀ ਕੌਮ ਦਾ। ਯਹੂਦੀ ਕੌਮ ਦੇ ਜਿਹੜੇ ਪੈਗੰਬਰ ਮੂਸਾ ਸੀ, ਉਹ 40 ਸਾਲ ਆਪਣੀ ਕੌਮ ਨੂੰ ਲੈ ਕੇ ਜੰਗਲਾਂ ਵਿੱਚ ਭਟਕੇ, ਪਰ ਉਹਨਾਂ ਦੀ ਕੌਮ ਨੇ ਕਿੱਡਾ ਪ੍ਰਚਾਰ ਕਰ ਦਿੱਤਾ। ਸਾਡੀ ਕੌਮ 65 ਸਾਲ ਜੰਗਲਾਂ 'ਚ ਭਟਕਦੀ ਰਹੀ ਤੇ ਅਸੀਂ ਕੁਝ ਵੀ ਨਹੀਂ, ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਉਸ ਬਾਰੇ। ਉਸ ਵੇਲੇ ਜੰਗਾਂ ਯੁੱਧਾਂ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਯੁੱਧ ਹੁੰਦੇ ਨੇ, ਜੰਗ ਹੁੰਦੇ ਨੇ। ਸ਼ਾਮ ਨੂੰ ਜਦੋਂ ਲੰਗਰ ਤਿਆਰ ਹੁੰਦਾ ਹੈ, ਕਹਿਣ ਲੱਗੇ, ਉੱਚਾ ਆਵਾਜ਼ ਦੇ ਕੇ ਕਿਹਾ ਜਾਂਦਾ ਸੀ ਕਿ ਭਾਈ ਗੁਰੂ ਕਾ ਲੰਗਰ ਤਿਆਰ ਹੋ ਗਿਆ,
ਜਿਹੜਾ ਵੀ ਕੋਈ ਭੁੱਖਾ ਹੈ ਲੰਗਰ ਛਕੋ। ਇੱਥੋਂ ਤੱਕ ਸਾਡੇ ਇਤਿਹਾਸ ਵਿੱਚ ਲਿਖਿਆ ਗਿਆ ਕਿ ਜੇ ਕੋਈ ਦੁਸ਼ਮਣ ਵੀ ਆ ਜਾਵੇ ਲੰਗਰ ਛਕਣ ਵਿੱਚ, ਲੰਗਰ ਦੇ ਵਿੱਚ ਲੰਗਰ ਛਕਣ, ਉਹਨੂੰ ਲੰਗਰ ਪਹਿਲਾਂ ਛਕਾਇਆ ਜਾਂਦਾ ਸੀ। ਤੇ ਕਈ ਵਾਰ ਐਸੇ ਵੀ ਭਾਣੇ ਵਰਤੇ ਕਿ ਲੰਗਰ ਸਾਰੇ ਦਾ ਸਾਰਾ ਵਰਤ ਜਾਂਦਾ ਸੀ, ਸਿੰਘ ਭੁੱਖੇ ਹੀ ਸੌਂ ਜਾਂਦੇ ਸੀ। ਸੋ ਐਡਾ ਵੱਡਾ ਸਾਡਾ ਸਿਧਾਂਤ ਹੈ ਵੰਡ ਛਕਣ ਦਾ। ਸੋ ਅੱਜ ਆਪਾਂ ਇਹ 3 ਵੱਡੇ ਸਿਧਾਂਤ ਸਿੱਖ ਪੰਥ ਦੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਉੱਪਰ ਆਪਾਂ ਵਿਚਾਰ ਕੀਤੀ ਹੈ। ਜੇਕਰ ਤੁਹਾਡੇ ਇਸ ਸੰਬੰਧ ਵਿੱਚ ਕੋਈ ਵੀ ਸਵਾਲ ਹੋਵੇ ਕਿ ਨਾਮ ਜਪਣਾ ਕਿਉਂ ਜ਼ਰੂਰੀ ਹੈ, ਕਿਰਤ ਕਰਨੀ ਕਿਉਂ ਜ਼ਰੂਰੀ ਹੈ, ਤੇ ਵੰਡ ਛਕਣਾ ਕਿਉਂ ਜ਼ਰੂਰੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣ ਹੈ ਸੀ। ਇਹਦੇ ਵਿੱਚ ਸਭ ਕੁਝ ਆ ਗਿਆ। ਘਾਲ ਖਾਓ ਮਤਲਬ ਕਿ ਆਪਣੇ ਜ਼ੋਰ ਦੀ ਮਿਹਨਤ ਕਰਕੇ, ਜ਼ੋਰ ਦੀ ਮਿਹਨਤ ਮਤਲਬ ਇਹ ਨਹੀਂ ਕਿ ਆਪਾਂ ਕਿਤਾਬਾਂ ਚੱਕ ਮਾਰੀਏ, ਜ਼ੋਰ ਦੀ ਮਤਲਬ ਕਿ ਪੂਰਾ ਆਪਣਾ ਧਿਆਨ ਦੇ ਨਾਲ ਪੜ੍ਹੀਏ। ਆਪਾਂ ਹਰ ਇੱਕ ਬੰਦਾ ਆਪਣੇ ਕੰਮ ਦੇ ਪ੍ਰਤੀ ਜਿਹੜਾ ਓਨੈਸਟੀ ਦੇ ਨਾਲ ਕੰਮ ਕਰੇ ਆਪਣਾ। ਤੇ ਇਸੇ ਤਰ੍ਹਾਂ ਕਹਿਣ ਲੱਗੇ ਵੰਡ ਕੇ ਛਕੋ, ਘਾਲ ਖਾਏ ਕਿਛ ਹੱਥੋਂ ਦੇ, ਕਿਸੇ ਲੋੜਵੰਦ ਨੂੰ ਆਪਣੇ ਹੱਥੋਂ ਦਾਨ ਕਰੇ। ਨਾਨਕ ਰਾਹੋ ਪਛਾਣੈ ਸੇ, ਕਿਹੜਾ ਰਾਹ ਕਿਹੜਾ? ਪਰਮਾਤਮਾ ਦਾ ਰਾਹ, ਉਹ ਰਾਹ ਪਛਾਣ ਸਕਦੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਜਪੋ ਤੇ ਕਿਰਤ ਕਰੋ, ਬਾਬਾ ਨਾਨਕ ਕਹਿ ਗਿਆ। ਨਾਮ ਜਪੋ ਤੇ ਵੰਡ ਛਕੋ, ਬਾਬਾ ਨਾਨਕ ਕਹਿ ਗਿਆ। ਨਾਮ ਜਪੋ